महंगाई का सब तो पहले सरकारां ही जिम्मेवार ने जी। सरकारां कंट्रोल नहीं करदियां रेटां ते। हर दुकानदार अपनी मर्जी का रेट लगाउंदा है। जी हुण अपने रामदेव बाबा जी वेख लो जी, पतंजलि ਦੇ 700-800 ਕਰੋੜ ਦੇ ਮਾਲਕ ਬਣ ਗਏ ਨੇ। ਉਹਨਾਂ ਦੀਆਂ ਜਿਹੜੀਆਂ ਗੱਲਾਂ ਸੁਣ ਕੇ ਹੁਣ ਸਾਰੇ ਦੇਸ਼ ਨੂੰ ਹੀ ਮਤਲਬ ਕਿ ਇੱਕ ਲਾਫਿੰਗ ਪੁਆਇੰਟ ਬਣ ਚੁੱਕੇ ਨੇ ਰਾਮदेव ਬਾਬਾ ਜੀ। ਬਟ ਕੋਆਪਰੇਟ ਦੇ ਹੱਥ 'ਚ ਸਭ ਕੁਝ ਨਹੀਂ ਜਾਣਾ ਚਾਹੀਦਾ ਕਿ ਵੀ ਆਪਣੀ ਕੰਟਰੀ ਵੀਕ ਹੋ ਜਾਵੇ। सरों का तेल है 90 रुपये तो 160 रुपये 70 रुपये पहुँच गया। लोगों ने डबल किचन का बजट भी गड़बड़ा चुका है लोगों का। लगता है इस ਦੇ ਵਿੱਚ ਕੋਈ ਕਾਰਪੋਰੇਟਸ ਦਾ ਹੱਥ बिल्कुल कॉरपोरेट का रेट हक है जी, हक है जी। देखो हम कोई भी चीज़ है, कोई किसान तो बेच देता फसल अपने MSP ਤੇ बेच गया, और MSP ਤੋਂ ਵੱਧ ਤਾਂ ਵਿਕਦਾ ਹੀ ਨਹੀਂ ਹੈ, ਕਿਸਾਨ ਨੂੰ ਮਿਲਦਾ ਹੀ ਨਹੀਂ ਹੈ। ਉਹਦੇ ਲਈ ਵੀ ਸਟਰਗਲ ਕਰਨਾ ਪੈ ਰਿਹਾ। 6 ਮਹੀਨਿਆਂ ਤੋਂ ਦਿੱਲੀ ਬੈਠੇ ਆ ਕਿਸਾਨ। ਹਰ ਚੀਜ਼ ਦਾ ਰੇਟ, ਡੀਜ਼ਲ ਦਾ, ਪੈਟਰੋਲ ਦਾ, ਉਹ ਵੀ ਹਰ ਚੀਜ਼ ਜਿਹੜੀ ਮਹਿੰਗੀਆਂ ਤੋਂ ਮਹਿੰਗੀਆਂ ਹੋ ਰਹੀਆਂ। ਜਿਹੜਾ ਗਰੀਬ ਬੰਦਾ ਜੀ ਉਹ ਕੀ ਕਮਾਊਗਾ ਤੇ ਕੀ ਖਾਊਗਾ ਜੀ। ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਨੇ ਉਹ ਆਪਣਾ ਖਾਈ ਜਾਂਦੇ ਨੇ ਤੇ ਗਰੀਬ ਮਰਦਾ ਜਾਂਦਾ ਤਾਂ ਇਹ ਨਹੀਂ ਕਿ ਆਪਾਂ ਚਲੋ ਵੋਟਾਂ ਪਾਉਂਦੇ ਆ, ਹਰ ਚੀਜ਼ ਕਰਦੇ ਆ, ਗੌਰਮੈਂਟ ਨੂੰ ਲਿਆਉਂਦੇ ਵੀ ਆ, ਤੇ ਉਹਦੇ ਕਰਕੇ ਬੰਦੇ ਨੂੰ ਚਾਹੀਦਾ ਕਿ ਆਪਾਂ ਨੂੰ ਥੋੜੀ ਜਿਹੀ ਰਾਹਤ ਮਿਲਣੀ ਚਾਹੀਦੀ। ਸਬਜ਼ੀਆਂ ਇਹ ਆਪਦੇ ਅੰਡਰ ਲੈਣਾ ਚਾਹੁੰਦੇ, ਫਰੂਟਸ ਇਹ ਆਪਦੇ ਅੰਡਰ ਲੈਣਾ ਚਾਹੁੰਦੇ ਆ, ਤੇ ਆਉਣ ਵਾਲਾ ਟਾਈਮ ਇਟ ਵਿਲ ਕਮ ਅੰਡਰ ਕੋਆਪਰੇਟ, ਫਿਰ ਇਟ ਵਿਲ ਬੀ ਹੌਰਿਕ ਫॉर ਮਤਲਬ ਕਿ ਹੌਰੀਬਲ ਹੋਏਗਾ ਵੀ ਆਮ ਜਨਤਾ ਵਾਸਤੇ। ਦਿਨ ਬ ਦਿਨ ਜਿਹੜੀ ਮਹਿੰਗਾਈ ਹੈ ਉਹ ਵੱਧ ਰਹੀ ਹੈ ਤੇ ਪੈਟਰੋਲ ਤੋਂ ਲੈ ਕੇ ਜਿਹੜੀ ਐਸੈਂਸ਼ੀਅਲ ਆਈਟਮਸ ਨੇ, ਚਾਹੇ ਉਹ ਦੁੱਧ ਹੋਵੇ ਜਾਂ ਫਿਰ ਸਰੋਂ ਦਾ ਤੇਲ, ਉਸਦੇ ਦਾਮ ਲਗਾਤਾਰ ਵੱਧ ਰਹੇ ਨੇ। ਤਾਂ ਅੱਜ ਆਪਾਂ ਲੋਕਾਂ ਨਾਲ ਗੱਲ ਕਰਾਂਗੇ ਕਿ ਇਸ ਮਹਿੰਗਾਈ ਦਾ ਉਹਨਾਂ ਤੇ ਕੀ ਅਸਰ ਹੋ ਰਿਹਾ ਤੇ ਉਹ ਕਿਸ ਨੂੰ ਜ਼ਿੰਮੇਵਾਰ ਸਮਝਦੇ ਨੇ ਇਸ ਮਹਿੰਗਾਈ ਦਾ। ਸਰ ਲਗਾਤਾਰ ਮਹਿੰਗਾਈ बढ़ रही है, लगातार महंगाई बढ़ रही है, तो क्या आपको कुछ कहना है? ਲਗਾਤਾਰ ਮਹਿੰਗਾਈ ਸਰਕਾਰ ਦਾ ਕੰਟਰੋਲ ਹੀ ਨਹੀਂ ਹੈ ਇਹਦੇ ਉੱਪਰ। ਸਰਕਾਰ ਕੰਟਰੋਲ ਕਰੇ, ਲੋਕਾਂ ਨੂੰ ਕੁਝ ਰਾਹਤ ਮਿਲੇ। ਛੋਟੀ ਛੋਟੀ ਚੀਜ਼ਾਂ ਵੀ ਮਹਿੰਗੀਆਂ ਹੋ ਰਹੀਆਂ ਨੇ, ਚਾਹੇ ਉਹ ਮਤਲਬ ਐਸੈਂਸ਼ੀਅਲ ਆਈਟਮਸ ਜਿਹਨੂੰ ਆਪਾਂ ਕਹਿੰਦੇ ਆ। ਤਾਂ ਮਤਲਬ ਕੀ ਲੱਗਦਾ ਹੈ ਕਿ ਮਤਲਬ ਇਹ ਜਿਹੜੀ ਮਹਿੰਗਾਈ ਹੈ ਵੱਧਦੀ ਜਾ ਰਹੀ ਹੈ, ਇਸ 'ਤੇ ਕੋਈ ਰੋਕ ਆਏਗੀ? ਰੋਕ ਆਉਣ ਦਾ ਨਹੀਂ, ਮੁਸ਼ਕਿਲ ਹੈ ਜੀ, ਹਲੇ ਰੋਕ ਨਹੀਂ ਆ ਸਕਦੀ ਇਹਦੇ ਉੱਪਰ। ਜਿੰਨਾ ਚਿਰ ਸਰਕਾਰ ਕੰਟਰੋਲ ਨਹੀਂ ਕਰੇਗੀ ਇਹਦੇ ਉੱਪਰ ਕੋਈ ਰੋਕ ਨਹੀਂ ਹੈ। ਇਸੇ ਤਰੀਕੇ ਨਾਲ ਮਹਿੰਗਾਈ ਵੱਧਦੀ ਜਾਏਗੀ, ਲੋਕਾਂ ਨੂੰ ਮਾਰਦੀ ਜਾਏਗੀ। ਕੀ ਲੱਗਦਾ ਸਰਕਾਰ ਇਸ 'ਤੇ ਕੰਟਰੋਲ ਕਿਉਂ ਨਹੀਂ ਕਰ ਰਹੀ? ਸਰਕਾਰ ਦੀ ਆਪਣੀ ਮਨਸ਼ਾ ਠੀਕ ਨਹੀਂ ਹੈ, ਇਸ ਕਰਕੇ ਕੰਟਰੋਲ ਨਹੀਂ ਹੋ ਸਕਦਾ। ਮਨਸ਼ਾ ਕੀ ਲੱਗਦੀ ਤੁਹਾਨੂੰ? ਮਨਸ਼ਾ ਸਰਕਾਰ ਦਾ ਧਿਆਨ ਨਹੀਂ ਹੈ। ਸਰਕਾਰ ਪਬਲਿਕ ਨੂੰ ਮਰਵਾਉਣਾ ਚਾਹੁੰਦੀ ਹੈ। ਕੁਝ ਲੋਕ ਗਰੀਬੀ ਨਾਲ ਮਰ ਜਾਣਗੇ, ਕੁਝ ਕਰੋਨਾ ਨਾਲ ਮਰ ਜਾਣਗੇ, ਤੁਸੀਂ ਤੇ ਅਸੀਂ ਬੇਰੁਜ਼ਗਾਰ ਹੋ ਜਾਵਾਂਗੇ। ਨਹੀਂ, ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ ਜੀ। ਸੈਂਟਰ ਸਰਕਾਰ ਦੀਆਂ ਪਾਲਿਸੀਆਂ ਠੀਕ ਨਹੀਂ ਹੈ, ਸਟੇਟ ਦੀਆਂ ਵੀ ਪਾਲਿਸੀਆਂ ਠੀਕ ਨਹੀਂ ਹੈ। ਲੋਕਾਂ ਨੇ ਮਹਿੰਗਾਈ ਵੱਲ ਕੋਈ ਧਿਆਨ ਨਹੀਂ ਹੈ। ਪੈਟਰੋਲ ਡੀਜ਼ਲ ਕਿਤੇ ਪਹੁੰਚ ਗਿਆ, ਪੈਟਰੋਲ ਡੀਜ਼ਲ ਮਹਿੰਗਾ ਤਾਂ ਸਾਰੀਆਂ ਵਸਤਾਂ ਹੀ ਮਹਿੰਗੀਆਂ ਹੋਣਗੀਆਂ। ਸਰਕਾਰ ਗਰੀਬਾਂ ਵੱਲ ਧਿਆਨ ਦੇਵੇ, ਪਬਲਿਕ ਵੱਲ ਧਿਆਨ ਦੇਵੇ, ਤਾਂ ਜੋ ਆਉਣ ਵਾਲੇ ਲੋਕਾਂ ਨੂੰ ਰਾਹਤ ਮਿਲੇ। ਸਰਕਾਰ ਇਸ ਦਾ ਨਾ ਇੱਕ ਐਕਸਕਿਊਜ਼ ਦੇ ਰਹੀ ਹੈ ਕਿ ਅਸੀਂ ਕੋਵਿਡ ਦੇ ਵੱਲ ਪੈਸਾ ਲਾਇਆ, ਇਸ ਲਈ ਅਸੀਂ ਨਾ ਪੈਟਰੋਲ ਦੇ ਪ੍ਰਾਈਸਿਸ ਵਧਾ ਰਹੇ ਹਾਂ। ਕੀ ਕਹਿਣਾ ਤੁਹਾਡੇ ਤੇ? ਨਹੀਂ, ਸਰਕਾਰ ਦਾ ਕੋਈ ਕੰਮ ਕੋਵਿਡ 'ਚ ਨਹੀਂ ਰੁਕਿਆ, ਪਬਲਿਕ ਦਾ ਰੁਕਿਆ। ਪਬਲਿਕ ਨੂੰ ਮਾਰ ਪਈ ਹੈ। ਸਰਕਾਰ ਦੇ ਸਾਰੇ ਕੰਮ ਕੰਟੀਨਿਊ ਚੱਲ ਰਹੇ ਹੈ। ਇਹ ਸਾਰੇ ਸਰਕਾਰ ਦੀ ਫਲੋ ਪਾਲਿਸੀ ਹੈ ਸਾਰੀ। ਲਗਾਤਾਰ ਮਹਿੰਗਾਈ ਵੱਧ ਰਹੀ ਹੈ। महंगाई का सब तो पहले सरकारां ही जिम्मेवार ने जी। सरकारां कंट्रोल नहीं करदियां रेटां ते। हर दुकानदार अपनी मर्जी का रेट लगाउंदा है। ਤੁਸੀਂ ਮੰਨ ਲਓ ਹੁਣ ਤੁਸੀਂ ਕੋਲਡ ਡਰਿੰਕ ਪੀਣਾ ਹੈ, ਤੁਸੀਂ ਆਮ ਬਾਜ਼ਾਰ ਤੋਂ ਲੋਗੇ ਤੁਹਾਨੂੰ 20 ਰੁਪਏ ਦਾ ਕੋਲਡ ਡਰਿੰਕ ਮਿਲੇਗਾ। ਉਹੀ ਡੋਮੀਨੋਜ਼ ਚਲੇ ਜਾਓ ਤੁਹਾਨੂੰ 50 ਰੁਪਏ ਦਾ ਮਿਲਦਾ ਹੈ, ਮੈਕਡੋਨਲਡ ਚਲੇ ਜਾਓ 50 ਰੁਪਏ ਦਾ ਮਿਲਦਾ। ਸਰਕਾਰ ਦਾ ਕੰਟਰੋਲ ਹੀ ਹੈ ਨਹੀਂ ਰੇਟਾਂ 'ਤੇ ਕਿਸੇ ਚੀਜ਼ 'ਤੇ। ਐਵੇਂ ਕੱਪੜਾ ਵੀ ਮਨਮਰਜ਼ੀ ਦੇ ਰੇਟ ਆ, ਹਰ ਆਪਣੀ MRP ਲਗਾ ਕੇ ਆਪਣੇ ਰੇਟਾਂ 'ਤੇ ਵੇਚ ਰਹੇ ਆ। ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ ਪ੍ਰਾਈਸ ਦਾ ਜੀ। ਤੁਹਾਨੂੰ ਕੀ ਲੱਗਦਾ ਸਰਕਾਰ ਨੂੰ ਕੀ ਕਰਨਾ ਚਾਹੀਦਾ ਇਸ ਮਹਿੰਗਾਈ ਨੂੰ ਘੱਟ ਕਰਨ? ਦੇਖੋ ਜਿੱਦਾਂ ਕੋਈ ਫੂਡ ਤੇ ਬਣਾਇਆ, FSSAI ਬਣਾਈ ਹੈ, ਉੱਦਾਂ ਹੀ ਇਹਨਾਂ ਨੇ ਪ੍ਰਾਈਸ ਕੰਟਰੋਲ ਹੋਣਾ ਚਾਹੀਦਾ। ਕੋਈ ਵੀ ਪ੍ਰਾਈਸ ਇੱਕ ਨੋਮੀਨਲ 5-10% ਤੋਂ ਬਾਅਦ ਇੰਕਰੀਜ਼ ਕਰਨੀ ਹੈ ਤਾਂ ਉਹਦੀ ਸਰਕਾਰ ਤੋਂ ਪਰਮਿਸ਼ਨ ਲੈਣੀ ਚਾਹੀਦੀ ਹੈ ਕਿ ਰੇਟ ਇੰਕਰੀਜ਼ ਕਰ ਰਹੇ ਹਾਂ। ਕਿਉਂਕਿ ਖਪਤਕਾਰ ਦਾ ਕੋਈ ਉਹ ਹੈ ਨਹੀਂ, ਸੁਣਵਾਈ ਹੈ ਨਹੀਂ ਗੀ ਜੀ। ਨਾ ਹੀ ਤਾਂ ਕੋਈ 150-200 ਰੁਪਏ ਚੀਜ਼ ਲਈ ਕੋਈ ਕੰਜ਼ਿਊਮਰ ਕੋਰਟ ਜਾ ਸਕਦਾ, ਅਤੇ ਨਾ ਹੀ ਕੋਈ ਪ੍ਰਾਈਸ ਦਾ ਕੰਟਰੋਲ ਹੈਗਾ ਸਰਕਾਰ ਦਾ। ਉਹਨੇ ਇੱਕ ਫਾਰਮ ਬਣਾਉਣੀ ਚਾਹੀਦੀ ਜਿਹਦੇ ਕਿ ਕੋਈ ਸਰਕਾਰ ਦਾ ਕੰਟਰੋਲ ਹੋਏ। ਜਿੱਦਾਂ ਫੂਡ ਹੁਣ ਸਰੋਂ ਦਾ ਤੇਲ ਹੈ 90 ਰੁਪਏ ਤੋਂ 160 ਰੁਪਏ 70 ਰੁਪਏ ਪਹੁੰਚ ਗਿਆ। ਲੋਕਾਂ ਨੇ ਡਬਲ ਕਿਚਨ ਦਾ ਬਜਟ ਵੀ ਗੜਬੜਾ ਚੁੱਕਿਆ ਲੋਕਾਂ ਦਾ। ਤੁਹਾਨੂੰ ਕੀ ਲੱਗਦਾ ਹੈ ਇਸ ਦੇ ਵਿੱਚ ਕੋਈ ਕਾਰਪੋਰੇਟਸ ਦਾ ਹੱਥ ਹੈ? ਬਿਲਕੁਲ ਕਾਰਪੋਰੇਟ ਦਾ ਰੇਟ ਹੱਕ ਹੈ ਜੀ, ਹੱਥ ਹੈ ਜੀ। ਦੇਖੋ ਹੁਣ ਕੋਈ ਵੀ ਚੀਜ਼ ਹੈ, ਕੋਈ ਕਿਸਾਨ ਤਾਂ ਵੇਚ ਦਿੰਦਾ ਫਸਲ ਆਪਣੇ MSP ਤੇ ਵੇਚ ਗਿਆ, और MSP तो बाद तो विकता ही नहीं है, किसान मिलता ही नहीं है। उनके लिए भी स्ट्रगल करना पै रहा। 6 महीने तो दिल्ली बैठे या किसान अज कॉरपोरेट के हथ जो पहुँच जाता है उदों रेट कई गुणा रेट हो जाते हैं। किसान अपनी सरों जिवें आप सर मस्टर्ड ऑयल की गल कर रहे थे, सरों 30-40 रुपये बेच के चला गया है, हुण 150 रुपये तेल उन्होंने खरीदना पै रहा बाजार तो। कॉरपोरेट का बिल्कुल हथ है जी। अपना कुछ पॉइंट ऑफ व्यू रखना चाहोगे? सरकार इस गल नूं अपना सिस्टम चाहिए जिन्हों तो सिस्टम सारा ही करप्शन च ही हो चुका हुण तो सारा। सरकार भी आपदा 100% नहीं दे रही जो कि चाहिए, तो यही फर्क है बाहर का तो अपना। क्योंकि सरकारां जे पूरा तह दिली नाल सही काम करन
ਤਾਂ ਇਹ ਸੁਧਾਰ ਹੋ ਸਕਦਾ ਹੈ, ਪਰ ਸਰਕਾਰ ਕਰਨਾ ਹੀ ਨਹੀਂ ਚਾਹੁੰਦੀ। ਕਾਰਪੋਰੇਟ ਹੀ ਸਰਕਾਰ ਨੂੰ ਫੰਡਿੰਗ ਕਰਦੇ ਆ, ਅਗਰ ਸਰਕਾਰਾਂ ਉਹਨਾਂ ਦੇ ਇਲਜ਼ਾਮ ਕਰਨਗੀਆਂ ਜੀ। ਜਦੋਂ ਤੱਕ ਸਰਕਾਰ ਤੇ ਕਾਰਪੋਰੇਟ ਦੀ ਗੱਠਜੋੜ ਖਤਮ ਹੋਊਗਾ ਤਾਂ ਹੀ ਲੋਕਾਂ ਨੂੰ ਮਹਿੰਗਾਈ ਤੋਂ ਇਲਾਜ ਹੱਲ ਮਿਲ ਸਕਦਾ ਹੈ। ਸਰ ਲਗਾਤਾਰ ਮਹਿੰਗਾਈ ਵੱਧ ਰਹੀ ਹੈ, ਪੈਟਰੋਲ ਦੇ ਪ੍ਰਾਈਸਿਸ ਤੋਂ ਲੈ ਕੇ ਹੁਣ ਜਿਹੜੇ ਨਾਰਮਲ ਚੀਜ਼ਾਂ ਨੇ ਉਹ 'ਚ ਵੀ ਵੱਧ ਰਹੀ ਹੈ। ਤੁਹਾਡਾ ਕੀ ਕਹਿਣਾ ਇਸ ਬਾਰੇ? ਇਹ ਤਾਂ ਜੀ ਬਹੁਤ ਗਲਤ ਗੱਲ ਹੈ ਜੀ, ਜਿਹੜਾ ਆਮ ਨਾਗਰਿਕ ਤੇ ਬਹੁਤ ਜ਼ਿਆਦਾ ਗਲਤ ਪ੍ਰਭਾਵ ਪੈਂਦਾ ਹੈ। ਦੇਖੋ ਹਰ ਚੀਜ਼ ਦਾ ਰੇਟ, ਡੀਜ਼ਲ ਦਾ, ਪੈਟਰੋਲ ਦਾ, ਉਹ ਵੀ ਹਰ ਚੀਜ਼ ਜਿਹੜੀ ਮਹਿੰਗੀਆਂ ਤੋਂ ਮਹਿੰਗੀਆਂ ਹੋ ਰਹੀਆਂ। ਜਿਹੜਾ ਗਰੀਬ ਬੰਦਾ ਜੀ ਉਹ ਕੀ ਕਮਾਊਗਾ ਤੇ ਕੀ ਖਾਊਗਾ ਜੀ, ਠੀਕ ਹੈ ਜੀ। ਬਾਕੀ ਇਹਦੇ ਤੇ ਸਭ ਨੂੰ ਕਹਿਣਾ, ਇਹਦੇ ਤੇ ਕਹਿਣਾ ਧਿਆਨ ਦੇਣਾ ਚਾਹੀਦਾ ਹੈ ਬਈ, ਕਹਿਣਾ ਜੋ ਵੀ ਆ ਸਮਾਨ ਕੰਟਰੋਲ ਰੇਟ ਤੇ ਹੋਣ, ਸਸਤੇ ਹੋਣ ਜੀ, ਠੀਕ ਹੈ, ਜਿਹੜਾ ਕਿ ਆਮ ਬੰਦੇ ਨੂੰ ਰਾਹਤ ਮਿਲ ਸਕੇ। ਸਰ ਤੁਹਾਡਾ ਕੀ ਕਹਿਣਾ ਹੈ, ਕਿਸ ਨੂੰ ਜ਼ਿੰਮੇਦਾਰ ਸਮਝਦੇ ਹੋ ਤੁਸੀਂ? ਮੈਮ ਸਰਕਾਰੀ ਹੈ ਜੀ, ਹੋਰ ਕੋਣ ਹੈ? ਸਰਕਾਰੀ ਜ਼ਿੰਮੇਵਾਰ ਹੈ, ਸਰਕਾਰ ਹੀ ਸਭ ਕੁਝ ਕਰ ਰਹੀ ਹੈ। ਜੋ ਵੀ ਕਰ ਰਹੀ ਹੈ ਸਰਕਾਰ ਦੇ ਹੱਥ ਹੈ। ਜਿੰਨੀ ਦੇਰ ਦੇਖੋ ਕਹਿੰਦਾ ਨਾ ਬੰਦਾ ਆਮ ਨਾਗਰਿਕ ਆ ਜੋ ਵੀ ਹੈ, ਅਗਲਾ ਕਮਾ ਕੇ ਕਿੰਨਾ ਕੁ ਲਿਜਾ ਸਕਦਾ ਜੀ? ਜਿੰਨੇ ਉਨੀ ਕਮਾਈ ਨਹੀਂ ਹੁੰਦੀ ਜਿੰਨਾ ਉਹ ਬਈ ਆਪਣਾ ਕਹਿੰਦਾ ਨਾ ਬੱਚਿਆਂ ਨੂੰ ਦਿਓ, ਨਾ ਖਵਾਉਣ ਜੋਗਾ, ਨਾ ਰੋਟੀ ਖਵਾਉਣ ਜੋਗਾ ਪੈਟਰੋਲ ਪਵਾਊਗਾ ਕਿ ਕੀ ਕਰੂਗਾ ਜੀ। ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿ ਜਿਹਦੇ ਨਾਲ ਕਿ ਆਮ ਜਿਹੜਾ ਬੰਦਾ ਬਈ ਸੁੱਖ ਦੀ ਰੋਟੀ ਖਾ ਸਕੇ। वो इन वाला ध्यान देते ही नहीं भाई जी बिल्कुल भी। लगातार बढ़ रही है तो क्या ज़िंदगी पे कुछ असर पड़ा है इसका? मैडम जी बहुत महंगाई का असर तो पड़ा है। हम लोग को गरीबों के बारे में तो थोड़ा बहुत असर तो पड़ेगा। जो हम 5-7 हज़ार कमाने वाले हैं, अब 150-150 के ऊपर तेल मिल रहे हैं जो है, तो बहुत फ़र्क पड़ रहा है। हम क्या काम करते हैं आप? हम जो है फैक्ट्री से करते हैं जो है। कितना कमा लेते हैं? 7,000 तनख्वाह हैगी जो है, ऊपर 2-3 घंटा अपना टाइम लग जाता है, वो भी इस वक्त लग नहीं रहे जो है। कैसे गुजारा हो रहा है? अब क्या करें, थोड़ा बहुत तो गुजारा तो करना ही पड़ेगा। रोटी खा के चला, पैसे तो बचा नहीं सकते इतने, है कि अगर महंगाई घटती है थोड़े बहुत तो पैसे बच जाते हैं, काम भी नहीं चल रहे हैं ये करके जो है। सर महंगाई लगातार बढ़ रही है, किसने जिम्मेदार समझते हैं? ਮੋਦੀ ਸਰਕਾਰ ਹੈ ਮੈਡਮ ਜ਼ਿੰਮੇਵਾਰ ਤਾਂ। ਹਾਂ कोई फर्क पिया मतलब आम जिंदगी ਤੁਸੀਂ ਸਮਾਨ ਲੈਣ ਜਾਂਦੇ ਹੋਗੇ, ਕੋਈ ਰੇਟਾਂ ਵਿੱਚ ਫਰਕ ਦੇਖਿਆ? ਰੇਟ ਤਾਂ ਵੱਧਦੇ ਹੀ ਜਾਂਦੇ ਨੇ ਮੈਡਮ, ਜੋ ਵੀ ਟੈਕਸ ਲੱਗਦਾ, ਕੋਈ GST ਲੱਗ ਜਾਂਦਾ, ਕਦੇ ਕੋਈ ਟੈਕਸ ਲੱਗ ਜਾਂਦਾ। ਚੀਜ਼ ਹੁੰਦੀ ਹੈ 100 ਦੀ 200 ਦੀ ਲੈਣੀ ਪੈਂਦੀ ਹੈ ਮੈਡਮ। ਮੇਨ ਤਾਂ ਮੋਦੀ ਸਰਕਾਰ ਕਦੇ ਲਾਕਡਾਊਨ ਲਾ ਦਿੰਦੀ ਹੈ, ਕਦੇ ਆਪਣੇ ਪਿੱਛੇ ਜੇ ਆਪਣੇ ਕੀਤਾ ਸੀਗਾ ਇਹਨਾਂ ਨੇ, ਤੇ ਉਹਦੇ ਕਰਕੇ ਸਾਰਾ ਟੈਕਸ GST ਦਾ ਕੋਈ ਮਤਲਬ ਨਹੀਂ ਹੈਗਾ ਆਪਣਾ ਲਾਉਣ ਦਾ ਹੈਗਾ। ਹਰ ਚੀਜ਼ ਦੇ ਉੱਪਰ GST ਲੱਗਦੀ ਹੈ, 100 ਦੀ ਚੀਜ਼ 200 ਦੀ ਲੈਣੀ ਪੈਂਦੀ ਆ। ਉਹਦਾ ਮਤਲਬ ਸਾਰਾ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਉਹ ਆਪਣਾ ਖਾਈ ਜਾਂਦੇ ਨੇ ਤੇ ਗਰੀਬ ਮਰਦਾ ਜਾਂਦਾ ਤਾਂ। ਲਗਾਤਾਰ ਮਹਿੰਗਾਈ ਵੱਧ ਰਹੀ ਹੈ, ਛੋਟੀ ਛੋਟੀ ਚੀਜ਼ਾਂ ਵੀ ਜਿਹੜੀਆਂ ਨੇ ਹੁਣ ਦਾਮ ਵੱਧ ਰਹੇ ਨੇ, ਤੇ ਕਿਸ ਨੂੰ ਜ਼ਿੰਮੇਵਾਰ ਸਮਝਦੇ? ਅਸੀਂ ਤਾਂ ਦੇਖੋ ਜੀ ਗਵਰਨਮੈਂਟ ਦਾ ਹਰ ਪਾਸੇ ਧਿਆਨ ਦੇਣਾ ਚਾਹੀਦਾ ਜੀ। ਹੁਣ ਦੇਖੋ ਗਰੀਬ ਬੰਦਾ ਜਿੰਨਾ ਵੀ ਹੈ ਉਹਨਾਂ ਨੇ ਰੋਟੀ ਵੀ ਖਾਣੀ ਆ। ਹੁਣ ਆਪਾਂ ਸਵੇਰ ਦੇ ਖੜੇ ਅਸੀਂ ਬੈਗ ਲਾਉਂਦੇ ਹਾਂ ਜੀ, ਠੀਕ ਹੈ ਜੀ, ਸਵੇਰ ਦੇ 4 ਬੈਗ ਵੇਚੇ ਹੈ ਜੀ, ਠੀਕ ਹੈ। ਉਹਦੇ 'ਚ ਆਪਾਂ ਕੀ ਇਹਦੇ 'ਚ ਗੁਜ਼ਾਰਾ ਕਰਾਂਗੇ? ਇੱਕ ਤਾਂ ਸਮਝ ਲਓ ਆਪਣੀ ਚੀਜ਼ ਦਾ ਹੈਗਾ ਜੀ, ਹਰ ਚੀਜ਼ ਦਾ, ਜਿਵੇਂ ਘਿਓ ਆ, ਹਰ ਚੀਜ਼ ਹੈ, ਸਿਲੰਡਰ ਆ, ਹਰ ਚੀਜ਼ ਹੈ। ਇਹ ਚੀਜ਼ ਤੋਂ ਥੋੜ੍ਹੀ ਜਿਹੀ ਰਾਹਤ ਮਿਲਣੀ ਵੀ ਚਾਹੀਦੀ। ਰਾਹਤ ਨਾ ਮਿਲੇਗੀ ਤਾਂ ਆਪਣਾ ਜਿਹੜੀ ਛੋਟੀ ਪਬਲਿਕ ਉਹ ਕਿੱਥੇ ਜਾਊਗੀ? ਚਲੋ ਆਪਣੇ ਸ਼ਾਹੂਕਾਰ ਆ ਬੰਦੇ ਉਹ ਤਾਂ ਖਾ ਪੀ ਲੈਣਗੇ, ਜਿਹੜੇ ਸਾਡੇ ਵਰਗੇ ਬੰਦੇ ਉਹ ਕਿੱਥੇ ਜਾਣਗੇ? ਮੇਨ ਤਾਂ ਇਹੀ ਚੀਜ਼ ਹੁੰਦੀ। ਚਲੋ ਮਹਿੰਗਾਈ ਜ਼ਰੂਰ ਘਟਾਉਣੀ ਚਾਹੀਦੀ ਹੈ, ਹਰ ਪਾਸੇ ਘਟਾਉਣੀ ਚਾਹੀਦੀ ਹੈ। ਜ਼ਰੂਰੀ ਆਪਣੇ ਇੱਥੇ ਨਹੀਂ ਹੈ, ਗਰੀਬ ਬੰਦਾ ਵੈਸੇ ਹੀ ਮਾਰਿਆ ਪਿਆ, ਇੱਕ ਉਹਦਾ ਵੀ ਦੁਖੀ ਹੈ। ਇਸ ਕਰਕੇ ਬੰਦਾ ਕਹਿੰਦਾ ਚਲੋ ਮਾੜੀ ਮੋਟੀ ਜ਼ਰੂਰ ਹੋਣੀ ਚਾਹੀਦੀ ਹੈ, ਰਾਹਤ ਮਿਲਣੀ ਚਾਹੀਦੀ ਗਰੀਬ ਬੰਦੇ। ਇਹ ਨਹੀਂ ਕਿ ਆਪਾਂ ਚਲੋ ਵੋਟਾਂ ਪਾਉਂਦੇ ਹਾਂ, ਹਰ ਚੀਜ਼ ਕਰਦੇ ਹਾਂ, ਗੌਰਮੈਂਟ ਨੂੰ ਲਿਆਉਂਦੇ ਵੀ ਹਾਂ, ਅਤੇ ਉਹਦੇ ਕਰਕੇ ਬੰਦੇ ਨੂੰ ਚਾਹੀਦਾ ਕਿ ਆਪਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲਣੀ ਚਾਹੀਦੀ। ਗਰੀਬ ਬੰਦੇ ਦੀ ਤਾਂ ਇਹੀ ਹੁੰਦੀ ਕਿ ਚਲੋ ਮਾੜਾ ਮੋਟਾ ਰਾਹਤ ਮਿਲੇ। ਲਗਾਤਾਰ ਮਹਿੰਗਾਈ ਵੱਧ ਰਹੀ ਹੈ, ਹੁਣ ਜਿਹੜੀ ਛੋਟੀਆਂ ਚੀਜ਼ਾਂ ਵੀ ਨੇ ਉਹਨਾਂ ਦਾ ਵੀ ਦਾਮ ਲਗਾਤਾਰ ਵੱਧ ਰਿਹਾ, ਤੇ ਜਿਹੜਾ ਆਮ ਲੋਕ ਨੇ ਕਿਵੇਂ ਗੁਜ਼ਾਰਾ ਕਰਨਗੇ, ਕੀ ਕਹਿਣਾ ਚਾਹੁੰਦੇ? ਇਹਦੇ ਤੇ ਇਹੀ ਕਹਿਣਾ ਚਾਹੁੰਦੇ ਵੀ ਸਰਕਾਰ ਜਿਹੜੀ ਸਾਰੀਆਂ ਕੀਮਤਾਂ, ਡੀਜ਼ਲ ਹੈ, ਪੈਟਰੋਲ ਹੈ, ਬਾਕੀਆਂ ਵਸਤੂਆਂ, ਸਿਲੰਡਰ ਹੈ, ਮਸਟਰਡ ਆਇਲ ਹੈ ਜਾਂ ਸਰੋਂ ਦਾ ਆਇਲ ਹੈ, ਜੋ ਵੀ ਦਾਲ ਹੈ, ਹੋਰ ਜੋ ਵੀ ਚੀਜ਼ਾਂ ਕਾਸਟਲੀ ਨੇ ਉਹਨਾਂ ਦੇ ਦਾਮ ਘਟਾਉਣੇ ਚਾਹੀਦੇ ਆ ਸਰਕਾਰ ਨੂੰ। ਸਰ ਕੀ ਲੱਗਦਾ ਕੌਣ ਜ਼ਿੰਮੇਵਾਰ ਹੈ ਮਤਲਬ ਮਹਿੰਗਾਈ ਨਹੀਂ ਵੱਧ ਰਹੀ? ਪੋਲੀਟੀਕਲ ਸਿਸਟਮ ਹੀ ਜ਼ਿੰਮੇਵਾਰ ਹੈ। ਸਿਸਟਮ ਹੀ ਜ਼ਿੰਮੇਵਾਰ ਹੈ ਜੀ, ਪੋਲੀਟੀਕਲ ਸਿਸਟਮ ਹੀ ਜ਼ਿੰਮੇਵਾਰ ਹੈ। ਮੋਦੀ ਜ਼ਿੰਮੇਵਾਰ ਨੇ। ਸੈਂਟਰਲ ਗਵਰਨਮੈਂਟ ਇਜ਼ ਰਿਸਪੌਂਸਿਬਲ ਫॉर ਦਿਸ। ਜਿਵੇਂ ਤੁਸੀਂ ਕਹਿ ਰਹੇ ਸੈਂਟਰਲ ਸਰਕਾਰ ਜਿਹੜੀ ਹੈ ਉਹ ਜ਼ਿੰਮੇਵਾਰ ਹੈ। ਸੈਂਟਰਲ ਸਰਕਾਰ ਕਹਿ ਰਹੀ ਹੈ ਕਿ ਕੋਵਿਡ ਵਾਲਾ ਅਸੀਂ ਇੰਨਾ ਪੈਸਾ ਲਾਇਆ ਤਾਂ ਕਰਕੇ ਪੈਟਰੋਲ ਦੇ ਪ੍ਰਾਈਸ ਅਸੀਂ ਵਧਾਏ। ਕੀ ਕਹਿਣਾ ਇਸ ਬਾਰੇ? ਤੁਹਾਨੂੰ ਪਤਾ ਵੀ ਇੰਡੀਆ ਦੀ ਇਨਕਮ ਕਿੰਨੀ ਹੈ, ਸੋਰਸ ਆਫ ਇਨਕਮ ਕੀ ਹੈ?
if one person is given divided with one person can earn 5 lakhs per month. And how can we say that we have not got income? We are getting in funds in PM fund. We are getting help from other countries. Then I do not know why they are telling that we are not having money. We have got a lot of money, but our political system is totally collapsed. Now if you see Manmohan Singh, when the barrel of petrol was 107 and we were getting petrol 60 rupees, diesel 60 rupees, ਜਿਹੜਾ ਕਿ ਡੀਜ਼ਲ 107 ਸੀ। ਅੱਜ ਉਹੀ ਬੈਰਲ ਹੈ ਜਿਹੜਾ 150 ਆ ਉੱਤੇ, ਠੀਕ ਹੈ, ਤੇ ਉਹਦਾ ਕਾਸਟ ਵੀ ਆਪਾਂ ਨੂੰ 100 ਰੁਪੀਸ ਪੇ ਕਰਨਾ ਪੈ ਰਿਹਾ ਪੈਟਰੋਲ ਦਾ। ਦ ਥਿੰਗ ਇਜ਼ ਦੈਟ ਇੱਕ ਪੜ੍ਹੇ ਲਿਖੇ ਪ੍ਰਾਈਮ ਮਿਨਿਸਟਰ ਦੇ ਵਿੱਚ ਔਰ ਇੱਕ ਅਨਪੜ੍ਹ ਦੇ ਵਿੱਚ ਫਰਕ ਤਾਂ ਹੈਗਾ ਹੀ, ਉਹ ਆਪਾਂ ਨੂੰ ਦਿਖ ਰਿਹਾ, ਸਾਰੀ ਕੰਟਰੀ ਨੂੰ ਦਿਖ ਰਿਹਾ। The thing is that when Manmohan Singh was a prime minister, all person was standing, all industrialist person was standing behind him, and they were afraid of Manmohan Singh, that he was knowing their what we say that their weakness, and he was knowing that what he wants for his country. But today our prime minister does not know what on a ground level what it is going on. ਇੱਕ ਆਮ ਬੰਦਾ ਕਿੰਨਾ ਪਰੇਸ਼ਾਨ ਹੈ ਸਿਰਫ ਇੱਕ ਮਹਿੰਗਾਈ ਨਾਲ, ਜਿਹੜੇ ਕਿ ਬੀਜੇਪੀ ਸਰਕਾਰ ਸੈਂਟਰਲ ਗਵਰਨਮੈਂਟ ਨੇ ਆਪਦੇ, ਜਦੋਂ ਕਾਂਗਰਸ ਸਰਕਾਰ ਸੀ ਤੇ ਇਹਨਾਂ ਨੇ ਪਿਆਜ਼ ਦੇ ਪਿੱਛੇ ਨੰਗੇ ਹੋਏ, ਸਿਲੰਡਰਾਂ ਦੇ ਪਿੱਛੇ ਨੰਗੇ ਹੋਏ। ਸਮ੍ਰਿਤੀ ਇਰਾਨੀ ਐਜੂਕੇਸ਼ਨ ਮਿਨਿਸਟਰ, ਇਹਨਾਂ ਦੇ ਮਿਨਿਸਟਰ ਸਾਰੇ ਨੰਗੇ ਹੋਏ। ਅੱਜ ਉਹੀ ਮਹਿੰਗਾਈ, ਆਈ ਥਿੰਕ ਸੋ ਇਟਸ 3 times more, ਇਹਨਾਂ ਦੀ ਗਵਰਨਮੈਂਟ 3 times more ਕਰਕੇ ਮਤਲਬ ਅੱਜ ਮਹਿੰਗਾਈ ਹੈ। ਤੇ ਉਹ ਮਹਿੰਗਾਈ ਕਰਕੇ ਹੀ ਕਾਂਗਰਸ ਨੂੰ ਕਹਿੰਦੇ ਸੀ ਮਹਿੰਗਾਈ ਹੈ ਕਾਂਗਰਸ ਦੀ, ਉਸ ਕਰਕੇ ਆਏ ਸੀ, ਤੇ ਜਿਸ ਕਰਕੇ ਆਏ ਸੀ ਉਸ ਨੂੰ ਵੀ ਇਹਨਾਂ ਨੇ 3 times ਆਪਦੇ ਜਿਹੜੇ ਮੁੱਦਿਆਂ ਨੂੰ 3 times ਮਹਿੰਗਾਈ ਲੋਕਾਂ ਨੂੰ। ਦਿਸ ਇਜ਼ ਟੂ ਬੀ lot of thing is to be thought by a prime minister for the people, by the people. ਸਰ ਕਹਿ ਰਹੇ ਨੇ ਕਿ ਨਾ ਕਾਰਪੋਰੇਟਸ ਕਰਕੇ ਹੋ ਰਿਹਾ ਸਭ ਕੁਝ, ਐਦਾਂ ਲੋਕ ਕਹਿ ਰਹੇ ਨੇ। ਕੀ ਲੱਗਦਾ ਕਾਰਪੋਰੇਟ ਦਾ ਇਸ 'ਤੇ ਕੋਈ ਰੋਲ ਹੈ? ਕਾਰਪੋਰੇਟ ਘਰਾਣਿਆਂ ਦਾ ਤਾਂ ਰੋਲ ਹੈਗਾ ਹੀ ਹੈ ਜੀ। ਕਾਰਪੋਰੇਟ ਘਰਾਣੇ ਅਮੀਰ ਹੋਰ ਅਮੀਰ ਹੋ ਰਿਹਾ ਜੀ, ਗਰੀਬ ਹੋਰ ਗਰੀਬ ਹੋ ਰਿਹਾ। ਕਾਰਪੋਰੇਟ ਦੇਖੋ ਠੀਕ ਹੈ, ਯੂ ਨੀਡ ਦੀ ਕਾਰਪੋਰੇਟ ਘਰਾਣੇ ਹੋਣੇ ਚਾਹੀਦੇ, ਇੰਡਸਟਰੀਅਲਿਸਟ ਬੰਦੇ ਹੋਣੇ ਚਾਹੀਦੇ ਨੇ, ਉਹਨਾਂ ਦੇਸ਼ ਦੀ ਇਕਨੋਮੀ ਸਟਰੋਂਗ ਹੁੰਦੀ ਹੈ। ਬਟ ਜੇ ਆਪਾਂ ਸਾਰਾ ਕੁਝ ਹੀ ਉਹਨਾਂ ਦੇ ਹੱਥ 'ਚ ਦੇ ਦਿਆਂਗੇ, ਹੈ ਨਾ ਜੀ, ਫਿਰ ਆਮ ਬੰਦਾ ਸਫਰ ਕਰਦਾ ਹੈ। ਜਿਵੇਂ ਹੁਣ ਆਪਣੇ ਰਾਮਦੇਵ ਬਾਬਾ ਜੀ ਵੇਖ ਲਓ ਜੀ, ਪਤੰਜਲੀ ਦੇ 700-800 ਕਰੋੜ ਦੇ ਮਾਲਕ ਬਣ ਗਏ ਨੇ, ਤੇ ਜਿਹੜੇ ਕਿ 20,000 ਕਰੋੜ ਦੇ ਮਾਲਕ ਨੇ ਉਹ। ਸਾਨੂੰ ਤਾਂ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੁਣ ਕੇ ਹੁਣ ਸਾਰੇ ਦੇਸ਼ ਨੂੰ ਹੀ ਮਤਲਬ ਕਿ ਇੱਕ ਲਾਫਿੰਗ ਪੁਆਇੰਟ ਬਣ ਚੁੱਕੇ ਨੇ ਰਾਮਦੇਵ ਬਾਬਾ ਜੀ, ਠੀਕ ਹੈ। ਤੇ ਸੋ ਕੋਆਪਰੇਟ ਸ਼ੁੱਡ ਬੀ ਦੇਅਰ ਇਨ ਆਰ ਕੰਟਰੀ, ਕੋਆਪਰੇਟ ਨਾਲ ਕੰਟਰੀ ਸਟਰੋਂਗ ਹੁੰਦੀ ਹੈ। ਬਟ ਕੋਆਪਰੇਟ ਦੇ ਹੱਥ 'ਚ ਸਭ ਕੁਝ ਨਹੀਂ ਜਾਣਾ ਚਾਹੀਦਾ ਕਿ ਵੀ ਆਪਣੀ ਕੰਟਰੀ ਵੀਕ ਹੋ ਜਾਵੇ, ਠੀਕ ਹੈ ਜੀ। ਕੋਆਪਰੇਟ ਇੰਡਸਟਰੀ ਇਜ਼ ਟੂ ਬੀ ਕੰਸੋਲੀਡੇਟ ਯੂਰ ਇਕੋਨੋਮੀ, ਬਟ ਜੇ ਉਹ ਕੰਸੋਲੀਡੇਟ ਆਪਣੇ ਸਾਰੇ ਦੇਸ਼ ਨੂੰ ਕਰਨ ਲੱਗ ਜਾਣ, ਉੱਥੇ ਵੀਕਨੈਸ ਫਿਰ ਕੰਟਰੀ 'ਚ ਆਣੀ ਹੈ। ਦੇ ਵਿਲ ਥਿੰਕ ਆਫ ਦੇਅਰ ਪ੍ਰੋਫਿਟਸ, ਠੀਕ ਹੈ। ਤਾਂ ਜਿਹੜੀ ਕਿ ਹੁਣ ਕਿਸਾਨ ਦਾ ਇੱਕ ਗਵਰਨਮੈਂਟ ਵੱਲੋਂ ਲਿਸਟ ਜਾਰੀ ਹੋਣੀ ਚਾਹੀਦੀ ਹੈ, ਖਾਣ ਪੀਣ ਦੇ ਕੰਮਾਂ 'ਚ ਵੀ, ਚਾਹੇ ਪੈਟਰੋਲ ਦੇ ਕੰਮ, ਚਾਹੇ ਗੈਸ ਹੈ, ਇੱਕ ਫਿਕਸਡ ਹੋਣਾ ਚਾਹੀਦਾ, ਜਿਹਦੇ ਨਾਲ ਕਾਰਪੋਰੇਟ ਵੀ ਨੂੰ ਵੀ ਆਪਦੇ ਲਿਮਿਟਸ 'ਚ ਰਹਿ ਕੇ ਉਹ ਖਰੀਦ ਫਰੋਖ ਕਰ ਸਕਣ। ਹੁਣ ਸਰੋਂ ਦਾ ਤੇਲ ਹੈ ਅੱਜ ਦੀ ਡੇਟ ਇਟਸ 150, ਐਂਡ ਵੈਨ ਕਾਂਗਰਸ ਵਾਸ ਦੇਅਰ ਇਟ ਵਾਸ ਓਨਲੀ ਆਈ ਥਿੰਕ ਸੋ 60 to 70। ਹੁਣ ਡਬਲ ਹੈ। ਡਬਲ ਕਿਉਂ ਹੋਇਆ? ਕਿਉਂਕਿ ਰਾਜਸਥਾਨ ਦੀ ਸਾਰੀ ਜਿਹੜੀ ਸਰੋਂ ਹੈ ਰਾਮਦੇਵ ਬਾਬਾ ਜੀ ਨੇ ਖਰੀਦੀ ਹੈ, ਅੰਡਾਨੀਆਂ ਨੇ ਖਰੀਦੀ ਹੈ, ਜਿਹੜੀ 5000 ਤੋਂ ਸਿੱਧਾ ਹੀ 75,000 ਤੋਂ ਪਲੇ ਕਰ ਗਈ ਕੁਇੰਟਲ ਪਰ ਕੁਇੰਟਲ, ਇੰਨਾ ਹਾਈਕ ਤੇ ਚਲੀ ਗਈ।
ਤੋ ਉਸ ਤੋਂ ਤੁਸੀਂ ਇਹ ਅੰਦਾਜ਼ਾ ਲਗਾਓ ਵੀ ਉਹ ਤੇਲ ਦੀਆਂ ਘਰ ਦੀ ਕੀਮਤਾਂ, ਤੇਲ ਦੀ ਜੋ ਘਰ 'ਚ ਯੂਜ਼ ਹੋਣਾ ਹੈ ਗਰੀਬ ਬੰਦੇ ਨੂੰ, ਉਹਦੇ ਤੱਕ ਪਹੁੰਚ ਚੁੱਕੇ ਹੈ। ਪੈਟਰੋਲ 100 ਤੋਂ ਪਾਰ ਹੈ, ਗੈਸ 855 ਹੈ, ਜਿਹੜਾ ਕਿ 450 ਸੀਗਾ। ਚਾਵਲ ਤੁਸੀਂ ਵੇਖੋ ਕਿੱਥੇ ਪਹੁੰਚ ਗਿਆ ਹੈ। ਮੀਟ ਨੂੰ ਇਹ ਆਪਣੇ ਸਟੋਰਸ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਹੈ। ਸਬਜ਼ੀਆਂ ਇਹ ਆਪਦੇ ਅੰਡਰ ਲੈਣਾ ਚਾਹੁੰਦੇ, ਫਰੂਟਸ ਇਹ ਆਪਦੇ ਅੰਡਰ ਲੈਣਾ ਚਾਹੁੰਦੇ ਆ। ਤੇ ਆਉਣ ਵਾਲਾ ਟਾਈਮ ਇਟ ਵਿਲ ਕਮ ਅੰਡਰ ਕਾਰਪੋਰੇਟ, ਫਿਰ ਇਟ ਵਿਲ ਬੀ ਹੌਰਿਕ ਫॉर ਮਤਲਬ ਕਿ ਹੌਰੀਬਲ ਹੋਏਗਾ ਵੀ ਆਮ ਜਨਤਾ ਵਾ। ਮੋਰ ਵਾਟ ਥੈਂਕ ਯੂ ਸੋ ਮਚ। ਜਿਵੇਂ ਕਿ ਤੁਸੀਂ ਸੁਣ ਹੀ ਲਿਆ ਕਿ ਆਮ ਲੋਕਾਂ ਦਾ ਕੀ ਕਹਿਣਾ ਮਹਿੰਗਾਈ ਬਾਰੇ। ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਜਿਹੜੀ ਮਹਿੰਗਾਈ ਵੱਧ ਰਹੀ ਹੈ ਉਹ ਵੱਧਦੀ ਜਾਏਗੀ, ਇਸ ਤੇ ਕੋਈ ਰੋਕ ਨਹੀਂ ਲਗਾਈ ਜਾਏਗੀ। ਤੇ ਤੁਹਾਡਾ ਕੀ ਕਹਿਣਾ ਇਸ ਦੇ ਬਾਰੇ? ਮਹਿੰਗਾਈ ਵੱਧ ਰਹੀ ਹੈ, ਤੁਹਾਡੇ ਕੀ ਵਿਚਾਰ ਨੇ, ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ।